ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਤਿਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ, ਲੱਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡ ਭਾਗੀ ਮੇਰਾ ਭਰਾ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਾਤਕ ਹੋਵੈ ਸਾਧ ਸੰਗ, ਬਿਨਸੈ ਸਭੈ ਸੋਚ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਾਤਕ ਹੋਵੈ ਸਾਧ ਸੰਗ, ਬਿਨਸੈ ਸਭੈ ਸੋਚ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਵਰ ਤਖਤ ਦੇ ਮਾਲਕ, ਹਲਤ ਪਲਟ ਕੇ ਰੱਖੇ ਆਪ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹਾਂ 'ਚੋਂ ਇਹ ਕੱਤਕ ਦਾ 9ਵਾਂ ਸ਼ਬਦ, ਦੇਸੀ ਸਾਲ ਮੁਤਾਬਕ 8ਵਾਂ ਮਹੀਨਾ, ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ, ਇਸ ਪਵਿੱਤਰ ਸ਼ਬਦ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ, ਕੀ ਉਪਦੇਸ਼ ਕਰਦੇ ਹਨ। ਕਾਤਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਤੋ ਕੱਤਕ ਦੇ ਇਹ ਸ਼ਬਦ ਰਾਹੀਂ, ਮਾਨੋ ਕੱਤਕ ਦੇ ਮਹੀਨੇ ਰਾਹੀਂ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਕੱਤਕ ਦਾ ਦੂਸਰਾ ਅਰਥ ਹੈ ਕੱਤਣਾ, ਭਾਵ ਕਰਮ ਕਰਨਾ। ਜਿਵੇਂ ਬੀਬੀਆਂ ਕੱਢਣ ਕੱਤਣ ਦਾ ਕਰਮ ਕਰਦੀਆਂ, ਅਤੇ ਜਿਹੋ ਜਿਹਾ ਕੋਈ ਕੱਤਦਾ ਉਹੋ ਜਿਹਾ ਪਾ ਲੈਂਦਾ। ਬਾਬਾ ਫਰੀਦ ਜੀ ਦਾ ਬਚਨ ਹੈ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ, ਪੈਂਦਾ ਲੋੜੈ ਪੱਟ। ਭਗਤ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੋ ਜਿਹਾ ਮਨੁੱਖ ਕਰਮ ਕਰਦਾ, ਉਹੋ ਜਿਹੇ ਫਲ ਭੋਗਣੇ ਪੈਂਦੇ ਹਨ।
ਕਿਸੇ ਦੂਸਰੇ ਨੂੰ ਉਹਨਾਂ ਦੁੱਖਾਂ ਜਾਂ ਸੁੱਖਾਂ ਦਾ ਉਲਾਂਭਾ ਜਾਂ ਸਿਹਰਾ ਨਹੀਂ ਦਿੱਤਾ ਜਾ ਸਕਦਾ। ਮਨੁੱਖ ਦੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਹੈ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਕਾਤਿਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ, ਠੀਕ ਨਹੀਂ ਹੈ। ਦੱਦਾ ਦੋਸ਼ ਨ ਦਿਉ ਕਿਸੈ ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਣਾ। ਪੰਜਵੇਂ ਪ੍ਰੀਤਮ ਜੀ ਵੀ ਇਹੀ ਕਹਿੰਦੇ ਹੈ ਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਹ ਹੀ ਭੋਗਦਾ ਹੈ। ਕਾਤਿਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਪਰਮੇਸ਼ਰ ਨੂੰ ਭੁਲਾ ਦੇਣ ਕਰਕੇ ਹੀ ਜੀਵ ਦੁਖੀ ਹੁੰਦਾ ਤੇ ਪਰਮੇਸ਼ਰ ਨੂੰ ਯਾਦ ਕਰਕੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਜਿਸ ਸਰੀਰ ਨੂੰ ਪਰਮੇਸ਼ਰ ਦੀ ਬਾਣੀ ਵਿਸਰ ਜਾਵੇ, ਜਿਹੜਾ ਸਰੀਰ ਪਰਮੇਸ਼ਰ ਦਾ ਨਾਮ ਜਪਣਾ ਛੱਡ ਦੇਵੇ, ਫਿਰ ਉਹ ਇਉਂ ਦੁਖੀ ਹੁੰਦਾ ਜਿਵੇਂ ਕੋਈ ਪੱਕਾ ਰੋਗੀ ਹੁੰਦਾ ਸੀ, ਕੋਹੜੀ ਜਿਹਦਾ ਕੋਈ ਇਲਾਜ ਨਹੀਂ ਸੀ ਹੁੰਦਾ। ਚਲੋ ਹੌਲੀ ਹੌਲੀ ਸੈਂਸ ਨੂੰ ਪਰਮੇਸ਼ਰ ਨੇ ਇਲਾਜ ਬਖਸ਼ਿਆ। ਕੋਈ ਸਮਾਂ ਸੀ ਕਿ ਇਹਦਾ ਕੋਈ ਇਲਾਜ ਹੀ ਨਹੀਂ ਸੀ। ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ। ਪਰਮੇਸ਼ਰ ਸਭ ਦੇ ਹਿਰਦਿਆਂ ਦੀਆਂ ਜਾਣਦਾ ਬਿਨਾਂ ਬੋਲਿਆਂ ਹੀ, ਕਿਉਂਕਿ ਸਭ ਦੇ ਹਿਰਦੇ ਵਿੱਚ ਹੀ ਉਹ ਬੈਠਾ ਹੈ। ਸਾਡੀ ਸੋਚ ਨੂੰ ਉਹ ਫੜਦਾ ਹੈ। ਜੋ ਦਿਮਾਗ ਵਿੱਚ ਸੋਚਿਆ ਜਾਂਦਾ ਹੈ ਉਹ ਵੀ ਉਹ ਜਾਣਦਾ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ। ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ। ਤੋ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਏ। ਕਾਤਿਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਕੋਈ ਉਸ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ, ਭਾਵ ਉਸ ਨੂੰ ਯਾਦ ਨਹੀਂ ਕਰਦਾ, ਉਸ ਪਰਮੇਸ਼ਰ ਨੂੰ ਸਿਮਰਦਾ ਨਹੀਂ, ਤਾਂ ਉਹ ਪਰਮੇਸ਼ਰ ਤੋਂ ਜਨਮਾਂ ਜਨਮਾਂਤਰਾਂ ਲਈ ਵਿਛੜ ਜਾਂਦਾ। ਜਿਸ ਤਰ੍ਹਾਂ ਬਚਨ ਹੈ, ਪਰਮੇਸ਼ਰ ਤੋਂ ਵਿਛੜ ਕੇ ਫਿਰ ਜੀਵ ਕਿੱਧਰ ਜਾਂਦਾ? 84 ਲੱਖ ਜੂਨਾਂ, ਟੇਢੀਆਂ ਜੂਨਾਂ ਦੇ ਵਿੱਚ ਕਈ ਜਨਮ ਪਏ ਕੀਟ ਪਤੰਗਾ। ਕਈ ਜਨਮ ਗਜਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ। ਚਿਰੰਕਾਲ ਦੇਹ ਸੰਜਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਪਰਮੇਸ਼ਰ ਨੇ ਕਿਰਪਾ ਕੀਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਬਖਸ਼ਿਸ਼ ਕੀਤੇ ਸਾਨੂੰ ਕਿ ਪਰਮੇਸ਼ਰ ਦੀ ਕਿਰਪਾ ਨਾਲ ਲੰਬੇ ਸਮੇਂ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੋਈ। ਟੇਢੀਆਂ ਜੂਨਾਂ 'ਚੋਂ ਕੱਢ ਕੇ ਪਰਮੇਸ਼ਰ ਨੇ ਕਿਰਪਾ ਕਰਕੇ ਸਾਨੂੰ ਮਨੁੱਖ ਬਣਾਇਆ। ਅਤੇ ਮਨੁੱਖ ਬਣਨ ਤੋਂ ਬਾਅਦ
ਮਨੁੱਖਾ ਜਾਮੇ ਦਾ ਫਰਜ਼ ਹੈ, ਖਾਸ ਕੰਮ ਹੈ। ਬੰਦਾ ਹੋਏ ਸੋ ਬੰਦਗੀ ਗਹਿ। ਜਿਹੜਾ ਬੰਦਾ ਹੈ ਉਹ ਬੰਦਗੀ ਕਰੇ। ਬੰਦ ਹੋਏ ਬੰਦ ਸੁਧ ਲਹੈ। ਜਿਵੇਂ ਸ਼ਿਕਾਰੀ ਜੰਗਲ ਵਿੱਚ ਵੜ ਕੇ ਜੰਗਲ 'ਚੋਂ ਸ਼ਿਕਾਰ ਲੱਭ ਲੈਂਦਾ, ਇਸੇ ਤੰਦਾ ਬੰਦਾ ਆਪਣੇ ਅੰਦਰ ਵੜ ਕੇ ਆਪਣੇ ਆਪ ਨੂੰ ਖੋਜੇ, ਆਪਣੇ ਆਪ ਨੂੰ ਲੱਭੇ। ਮੈਂ ਕੌਣ ਆ, ਕਿੱਥੋਂ ਆਇਆ, ਜਿੱਥੋਂ ਆਇਆ ਉੱਥੇ ਵਾਪਸ ਕਿਵੇਂ ਜਾਵਾਂ। ਮਨੁੱਖਾ ਦੇਹੀ ਦਾ ਇਹ ਫਰਜ਼ ਹੈ ਜ਼ਰੂਰੀ। ਭਈ ਪ੍ਰਾਪਤਮਾ ਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਪਰਮੇਸ਼ਰ ਨੂੰ ਮਿਲਣ ਦਾ ਇਹ ਸਮਾਂ ਦਿੱਤਾ ਸਤਿਗੁਰ ਨੇ ਸਾਨੂੰ। ਤੇ ਪਰਮੇਸ਼ਰ ਨੂੰ ਭੁਲਾਉਣ ਕਰਕੇ ਹੀ ਲੰਮੇ ਵਿਛੋੜੇ ਮਨੁੱਖ ਜੀਵ ਨੂੰ ਪੈਂਦੇ ਹਨ, ਮਾਨਸ ਨੂੰ ਪੈਂਦੇ ਹਨ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਪਰਮੇਸ਼ਰ ਨੂੰ ਵਿਸਾਰ ਕੇ ਜਿਹੜੀਆਂ ਸੁੱਖ ਸਹੂਲਤਾਂ ਅਸੀਂ ਵਰਤਦੇ ਹਾਂ, ਭੋਗਦੇ ਹਾਂ, ਉਹ ਤਾਂ ਹੀ ਚੰਗੀਆਂ ਲੱਗਦੀਆਂ ਜੇ ਪਰਮੇਸ਼ਰ ਵੀ ਚਿੱਤ ਆਵੇ। ਜੇ ਪਰਮੇਸ਼ਰ ਨੂੰ ਭੁਲਾ ਦਈਏ ਤੇ ਉਹ ਸਹੂਲਤਾਂ ਵੀ ਦੁਖਦਾਈ ਹੋ ਜਾਂਦੀਆਂ। ਦੁੱਖ ਦਾਰੂ ਸੁੱਖ ਰੋਗ ਪਏ, ਉਹ ਸੁੱਖ ਵੀ ਰੋਗ ਬਣ ਜਾਂਦੇ ਆ ਜੇ ਪਰਮੇਸ਼ਰ ਨੂੰ ਯਾਦ ਨਾ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਇੱਕ ਮਨੁੱਖ ਪਹੁੰਚਿਆ, ਜਿਸ ਨੂੰ ਸਿੱਖ ਸੰਗਤਾਂ ਲੈ ਕੇ ਗਈਆਂ, ਜੋ ਕਿ ਕੋਹੜ ਦੇ ਰੋਗ ਨਾਲ ਵਿਆਕੁਲ ਸੀ, ਜਿਸ ਦਾ ਸਰੀਰ ਖਰਾਬ ਹੋ ਚੁੱਕਿਆ ਸੀ, ਹੱਥ ਪੈਰ ਮੁੜ ਗਏ ਸੀ, ਕੋਹੜ ਨਾਲ ਜ਼ਖਮ ਸੀ ਸਰੀਰ ਦੇ ਉੱਪਰ। ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਜਾ ਰਹੀਆਂ ਸਨ ਤਾਂ ਉਸ ਮਨੁੱਖ ਨੇ ਰਸਤੇ ਵਿੱਚ ਆ ਕੇ ਬੇਨਤੀ ਕੀਤੀ, ਮੈਨੂੰ ਵੀ ਲੈ ਚੱਲੋ। ਅਤੇ ਸਿੱਖ ਸੰਗਤਾਂ ਉਹਨੂੰ ਇੱਕ ਖੇਸ ਦੇ ਵਿੱਚ ਪਾ ਕੇ ਡੋਲਾ ਬਾਟੀ ਚੱਕ ਲਿਆ, ਕਿਉਂਕਿ ਰੁੜ ਕੇ ਤੁਰਦਾ ਸੀ। ਉਹ ਤੁਰਿਆ ਨਹੀਂ ਸੀ ਜਾਂਦਾ। ਡੋਲਾ ਬਾਟੀ ਚੱਕਿਆ ਅਤੇ ਲਿਜਾ ਕਰਕੇ ਗੋਇੰਦਵਾਲ ਚਰਨ ਕੁੰਡ ਕੋਲ ਰੱਖ ਦਿੱਤਾ। ਲੰਬਾ ਸਮਾਂ ਉੱਥੇ ਬੈਠ ਕੇ ਗੁਰੂ ਦੇ ਬਚਨ ਨੂੰ ਸੁਣਦਾ ਰਿਹਾ। ਅੰਦਰ ਜਾਣ ਦਾ ਹਜੇ ਹੁਕਮ ਨਾ ਹੋਇਆ, ਕਿਉਂਕਿ ਸਰੀਰ ਦੇ ਉੱਤੇ ਮੱਖੀਆਂ ਭਿਣਕਦੀਆਂ, ਬਿਮਾਰੀ ਸੀ। ਸਿੱਖ ਸੰਗਤਾਂ ਕਹਿੰਦੀਆਂ ਤੂੰ ਇੱਥੇ ਹੀ ਬੈਠ ਹਲੇ, ਜਦੋਂ ਅੰਦਰੋਂ ਹੁਕਮ ਆਵੇਗਾ ਫਿਰ ਤੈਨੂੰ ਲੈ ਜਾਵਾਂਗੇ। ਲੰਬਾ ਸਮਾਂ ਉਹ ਬਾਹਰ 'ਚ ਹੀ ਬੈਠਾ ਰਿਹਾ। ਸਿੱਖ ਸੰਗਤਾਂ ਉਹਨੂੰ ਉੱਥੇ ਹੀ ਚਾਹ ਪਾਣੀ ਲਿਆ ਦਿੰਦੀਆਂ, ਉੱਥੇ ਪ੍ਰਸ਼ਾਦਾ ਛਕ ਲੈਂਦਾ, ਉੱਥੇ ਬੈਠਾ ਬਚਨ ਵੀ ਸੁਣਦਾ ਰਹਿੰਦਾ। ਸੰਗਤਾਂ ਸਤਿਕਾਰ ਦਿੰਦੀਆਂ, ਇੱਜ਼ਤ ਕਰਦੀਆਂ, ਇਸ ਦੀ ਕੋਈ ਗੱਲ ਨਹੀਂ, ਪਰਮੇਸ਼ਰ ਦਾ ਭਾਣਾ ਹੈ। ਅਤੇ ਇੱਕ ਦਿਨ ਫਿਰ ਇਹ ਸ਼ਬਦ ਗਾਉਣ ਲੱਗਿਆ, ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ। ਕਛੋਟਾ ਕਛਹਿਰਾ ਭਾਵ ਇੱਜ਼ਤ ਦਾ ਪ੍ਰਤੀਕ। ਜਿਹੜੀ ਮੇਰੀ ਇੱਜ਼ਤ ਚਲੀ ਗਈ ਸੀ ਉਹ ਗੁਰੂ ਚਰਨਾਂ ਵਿੱਚ ਆ ਕੇ ਮੈਨੂੰ ਦੁਬਾਰਾ ਮਿਲ ਗਈ ਹੈ। ਜਿਹੜੀ ਮੇਰੀ ਇੱਜ਼ਤ ਖਤਮ ਹੋ ਗਈ ਸੀ, ਜਦੋਂ ਕਿਸੇ ਦੇ ਬਾਰ 'ਚੋਂ ਮੰਗਣ ਵਾਸਤੇ ਖੜ੍ਹਦਾ ਸੀ ਅਤੇ ਅਗਲਾ ਕਹਿੰਦਾ ਗਾਂਹ ਜਾ ਗਾਂਹ ਜਾ, ਉਸ 'ਤੇ ਮੱਖੀਆਂ ਭਿਣਕਦੀਆਂ ਸਨ ਕੋਹੜ ਕਰਕੇ। ਇਸ ਕਰਕੇ ਉਹਨੂੰ ਕੋਈ ਆਪਣੇ ਬਾਰ ਵਿੱਚ ਖੜ੍ਹਨ ਵੀ ਨਹੀਂ ਸੀ ਦਿੰਦਾ। ਪਰ ਗੁਰੂ ਕੀਆਂ ਸੰਗਤਾਂ ਪਿਆਰ ਕਰਦੀਆਂ। ਚਰਨ ਕੁੰਡ ਕੋਲੇ ਬੈਠਾ, ਉੱਥੇ ਹੀ ਪਾਣੀ ਪੀ ਲੈਂਦਾ ਚਰਨ ਕੁੰਡ 'ਚੋਂ, ਉੱਥੇ ਹੀ ਰੇਤਾ ਚੱਕ ਕੇ ਆਪਣੇ ਜ਼ਖਮਾਂ 'ਤੇ ਮਲ ਲੈਂਦਾ ਅਤੇ ਨਾਲੇ ਗਾਉਂਦਾ ਰਹਿੰਦਾ, ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ। ਬੜੇ ਵਿਰਾਗ ਵਿੱਚ ਆ ਕੇ ਜਦੋਂ ਗਾਉਂਦਾ ਅਤੇ ਸੰਗਤਾਂ ਨੂੰ ਬੜਾ ਚੰਗਾ ਲੱਗਦਾ। ਸੰਗਤਾਂ ਪੁੱਛਦੀਆਂ ਵੀ ਇਹ ਕੀ ਗਾਉਂਦਾ। ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ ਅਤੇ ਸਤਿਗੁਰਾਂ ਨੇ ਇਸ ਕੋਹੜੀ ਨੂੰ ਅੰਦਰ ਲਿਆਉਣ ਦਾ ਹੁਕਮ ਦੇ ਦਿੱਤਾ। ਕਹਿੰਦੇ ਜੋ ਚਵੱਚਾ ਹੈ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ,
ਉਹ ਚਬੱਚੇ ਵਿੱਚ ਪਾਣੀ ਇਕੱਠਾ ਹੁੰਦਾ ਹੈ, ਉਸ ਪਾਣੀ ਵੀ ਚੰਗੀ ਤਰ੍ਹਾਂ ਇਸ਼ਨਾਨ ਕਰਕੇ ਇਹਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਲੈ ਕੇ ਆਓ। ਤੇ ਉਹ ਚਾਦਰ ਵਿੱਚ ਲਪੇਟ ਕਰਕੇ ਅੰਦਰ ਲੈ ਗਏ। ਗਠੜੀ ਦੀ ਤਰ੍ਹਾਂ ਤੇ ਸਤਿਗੁਰਾਂ ਨੇ ਉਹ ਚਾਦਰ ਲਾ ਕੇ ਥੋੜ੍ਹੀ ਆਪਣੇ ਵੱਲੋਂ ਕਿਰਪਾ ਦ੍ਰਿਸ਼ਟੀ ਪਾਈ ਤੇ ਉਸ ਕੋਹੜੀ ਦਾ ਜਿਹੜਾ ਸਰੀਰ ਸੀ ਉਹ ਤੰਦਰੁਸਤ ਹੋ ਗਿਆ। ਤੁਰੰਤ ਕੋਹੜ ਖਤਮ ਹੋ ਗਿਆ। ਕਿਰਪਾ ਕਠਾਕਿਆ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ, ਜਿਨ੍ਹਾਂ ਦੀ ਨਜ਼ਰ ਐਸੀ ਹੁੰਦੀ ਆ ਉਹ ਕੌਡੀਆਂ ਤੋਂ ਲਾਲ ਬਣਾ ਸਕਦੇ ਆ। ਸਤਿਗੁਰਾਂ ਦੀ ਨਜ਼ਰ ਹੈ ਹੀ ਨਜ਼ਰੀ ਨਜ਼ਰ ਨਿਹਾਲ ਕਰਨ ਵਾਲੀ। ਤੇ ਜਦੋਂ ਕਿਰਪਾ ਦ੍ਰਿਸ਼ਟੀ ਪਈ ਤਾਂ ਗੁਰੂ ਪਿਆਰਿਓ ਕਹਿੰਦੇ ਉਹਦਾ ਸਰੀਰ ਨੌ ਬਰਨੌ ਹੋ ਗਿਆ, ਹੱਥ ਪੈਰ ਸਿੱਧੇ ਹੋ ਗਏ, ਕੋਹੜ ਦੇ ਦਾਗ ਖਤਮ ਹੋ ਗਏ। ਫਿਰ ਪਾਤਸ਼ਾਹ ਨੇ ਆਪਣੇ ਕੋਲੋਂ ਨਵੇਂ ਵਸਤਰ ਉਹਨੂੰ ਪਹਿਨਾਏ ਔਰ ਚਾਦਰ ਲਾ ਕਰਕੇ ਉਸ ਨੂੰ ਨਵੇਂ ਵਸਤਰ ਪਹਿਨਾ ਕਰਕੇ ਸੰਗਤਾਂ ਵਿੱਚ ਸਾਹਮਣੇ ਬਿਠਾ ਦਿੱਤਾ। ਜਦੋਂ ਬੜਾ ਸੋਹਣਾ ਲੱਗਦਾ, ਉਹੀ ਕੋਹੜੀ ਜਿਹੜਾ ਬਾਹਰ ਬੈਠਾ ਸੀ ਲੰਬੇ ਸਮੇਂ ਤੋਂ, ਕਿਰਪਾ ਦ੍ਰਿਸ਼ਟੀ ਪੈਂਦਿਆਂ ਹੀ ਵਧੀਆ ਹੋ ਗਿਆ। ਤੇ ਅਖੀਰ ਸਤਿਗੁਰੂ ਪਾਤਸ਼ਾਹ ਨੇ ਫਿਰ ਸਿੱਖਾਂ ਨੂੰ ਕਿਹਾ ਵੀ ਆਪਣੀ ਕਿਸੇ ਦੀ ਬੱਚੀ ਵਿਆਹੁਣ ਯੋਗ ਹੈ ਤਾਂ ਦੱਸੋ, ਆਪਾਂ ਇਸ ਦੀ ਸ਼ਾਦੀ ਕਰ ਦਈਏ। ਅਤੇ ਇੱਕ ਲਾਂਗਰੀ ਜੋ ਲੰਗਰ ਸੇਵਾ ਕਰਦਾ ਸੇਵਾਦਾਰ, ਉਸ ਦੀ ਘਰ ਵਾਲੀ ਲੰਗਰ ਵਿੱਚ ਪ੍ਰਸ਼ਾਦੇ ਬਣਾਉਂਦੀ ਹੈ। ਉਹ ਕਹਿਣ ਲੱਗਿਆ ਮਹਾਰਾਜ ਮੇਰੀ ਬੱਚੀ ਵਿਆਹੁਣ ਯੋਗ ਹੈ। ਅਤੇ ਸਤਿਗੁਰਾਂ ਨੇ ਕਿਹਾ ਲੈ ਕੇ ਆਓ। ਅਤੇ ਉਹ ਬੱਚੀ ਦੇ ਵਸਤਰ ਸੁੰਦਰ ਪਹਿਨਾ ਕਰਕੇ ਨਵੇਂ ਜਾਂ ਧੋਤੇ ਦੇਸੇ ਵੀ ਸੀ ਲੈ ਆਇਆ ਅਤੇ ਸਤਿਗੁਰਾਂ ਦੀਆਂ 4 ਪ੍ਰਕਰਮਾਂ ਕਰਕੇ ਉਹਨਾਂ ਦੀ ਸ਼ਾਦੀ ਹੋ ਗਈ। ਬੱਚੀ ਦਾ ਨਾਮ ਪੁੱਛਿਆ ਕੀ ਹੈ, ਕਹਿੰਦੇ ਜੀ ਨਾਮ ਤਾਂ ਇਸ ਦਾ ਮੱਥੋ ਹੈ। ਅਤੇ ਉਸ ਕੋਹੜੀ ਦਾ ਨਾਮ ਸੀ ਪ੍ਰੇਮਾ, ਇਹਦਾ ਨਾਮ ਬਦਲ ਕੇ ਮੁਰਾਰੀ ਰੱਖ ਦਿੱਤਾ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਮੱਥੋਂ ਮੁਰਾਰੀ ਦੀ ਜੋੜੀ ਹੋ ਗਈ। ਤਾਂ ਪਾਤਸ਼ਾਹ ਕਹਿੰਦੇ ਜੇ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਤਾਂ ਸਾਨੂੰ ਰੋਗ ਵਿਆਪਦੇ ਆ। ਜੇ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚ ਜਾਈਏ ਤਾਂ ਰੋਗਾਂ ਦਾ ਖਾਤਮਾ ਹੋ ਜਾਂਦਾ। ਸੁੱਖਾਂ ਵਿੱਚ ਆ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ, ਦੁੱਖ ਆ ਜਾਂਦੇ ਆ, ਦੁੱਖਾਂ ਵਿੱਚ ਰੱਬ ਨੂੰ ਯਾਦ ਕਰਦਾ, ਫਿਰ ਸੁੱਖ ਆ ਜਾਂਦੇ ਆ। ਕਹੋ ਸਤਿਨਾਮ ਸ੍ਰੀ। ਤਪੋ ਰਾਜ, ਤਪੱਸਿਆ ਕਰਕੇ ਰਾਜ ਪ੍ਰਾਪਤ ਹੋ ਜਾਂਦਾ ਹੈ। ਰਾਜ ਭਾਗ ਭੋਗਦੇ ਆ, ਪਰਮੇਸ਼ਰ ਨੂੰ ਯਾਦ ਰੱਖੇ ਤਾਂ ਠੀਕ ਆ, ਨਹੀਂ ਤਾਂ ਫਿਰ ਦੁਬਾਰੇ ਨਰਕਾਂ ਵਿੱਚ ਜਾਂਦਾ। ਕਾਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਇਹ ਪਰਮੇਸ਼ਰ ਦੇ ਆਪਣੇ ਕੀਤੇ ਕਰਮਾਂ ਦਾ ਹੀ ਫਲ ਹੈ। ਬੇਮੁਖ ਹੋਏ ਰਾਮ ਤੇ ਪਰਮੇਸ਼ਰ ਤੋਂ ਬੇਮੁਖ ਹੋ ਕੇ, ਗੁਰੂ ਤੋਂ ਬੇਮੁਖ ਹੋ ਕੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਵੇਂ ਸੱਤਾ ਬਲਵੰਡਾ ਗੁਰੂ ਅਰਜਨ ਦੇਵ ਜੀ ਤੋਂ ਬੇਮੁਖ ਹੋ ਗਏ ਸੀ ਅਤੇ ਨਾਲੇ ਗੁਰੂ ਤੋਂ ਵਿਛੜ ਗਏ ਅਤੇ ਨਾਲੇ ਬਿਮਾਰੀ ਐਸੀ ਲੱਗ ਗਈ ਜਿਹੜੀ ਕੋਹੜ ਵਰਗੀ ਹਟਦੀ ਨਹੀਂ ਸੀ। ਅਤੇ ਜਦੋਂ ਉਹ ਵੀ ਦੁਬਾਰਾ ਗੁਰੂ ਚਰਨਾਂ ਵਿੱਚ ਪਹੁੰਚੇ, ਗੁਰੂ ਪਾਤਸ਼ਾਹ ਕੋਲ ਆਏ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਦਾ ਫਿਰ ਕੋਹੜ ਹਟਾ ਕੇ ਉਹਨਾਂ ਨੂੰ ਕਿਹਾ ਜਿਸ ਮੁੱਖ ਦੇ ਨਾਲ ਨਿੰਦਿਆ ਕੀਤੀ ਗੁਰੂ ਦੀ, ਉਸ ਮੁੱਖ ਦੇ ਨਾਲ ਹੁਣ ਸਿਫਤ ਕਰੋ। ਫਿਰ ਸੱਤੇ ਬਲਵੰਡੇ ਰਾਗੀਆਂ ਨੇ ਦੁਬਾਰਾ 5 ਗੁਰੂਆਂ ਦੀ ਸਿਫਤ ਕੀਤੀ ਅਤੇ ਜਿਵੇਂ ਜਿਵੇਂ ਉਹ ਸਿਫਤ ਕਰਦੇ ਆ ਤਿਵੇਂ ਤਿਵੇਂ ਬਿਮਾਰੀ ਹਟਦੀ ਜਾਂਦੀ ਆ। ਕੋਹੜ ਦਾ ਰੋਗ ਵੀ ਦੂਰ ਹੋ ਗਿਆ ਅਤੇ ਦੁਬਾਰਾ ਸਿਫਤ ਕਰਨੀ, ਭਾਵ ਕੀਰਤਨ ਕਰਨ ਦਾ ਸਮਾਂ ਵੀ ਸਤਿਗੁਰ ਨੇ ਦੇ ਦਿੱਤਾ। ਨਹੀਂ ਤਾਂ ਫਿਰ ਉਹ ਜਿਹੜੇ ਸੁੱਖ ਭੋਗਦੇ ਸੀ ਖਿੰਨਵੇਂ ਕੌੜੇ ਹੋਏ ਗਏ। ਜਿਹੜੇ ਸੁੱਖ ਬੜੇ ਚੰਗੇ ਲੱਗਦੇ ਸੀ, ਜਿਵੇਂ ਆਪਾਂ ਬੁਖਾਰ ਚੜ੍ਹ ਜਾਂਦਾ ਨਾ,
ਬੁਖਾਰ ਦੇ ਵਿੱਚ ਰੋਟੀ ਕੌੜੀ ਲੱਗਦੀ ਆ, ਕਹਿੰਦੇ ਖਾਧਾ ਪੀਤਾ ਕੌੜਾ ਲੱਗਦਾ। ਜਿਵੇਂ ਬਿਮਾਰੀ ਵਿੱਚ ਕੌੜਾ ਲੱਗਦਾ, ਇਵੇਂ ਪਰਮੇਸ਼ਰ ਤੋਂ ਭੁੱਲ ਕੇ ਸੁੱਖ ਜਿਹੜੇ ਹਨ ਉਹ ਦੁਖਦਾਈ ਹੋ ਜਾਂਦੇ ਆ। ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜ ਜਾਵੇ ਤੇ ਉਹਨੂੰ ਉਹ ਸ਼ਿੰਗਾਰ ਉਹੀ ਭੈੜੇ ਲੱਗਦੇ ਆ ਜਿਹੜੇ ਆਪਣੇ ਪਤੀ ਦੇ ਨਾਲ ਰਹਿੰਦਿਆਂ ਕਰਦੀ ਨੂੰ ਬੜੇ ਚੰਗੇ ਲੱਗਦੇ ਸੀ। ਕੇਸ ਵਾਹੁਣੇ, ਮੀਡੀਆਂ ਕਰਨੀਆਂ, ਸੋਨੇ ਦੇ ਗਹਿਣੇ ਪਹਿਨਣੇ ਔਰ ਲਾਲ ਵਸਤਰ ਪਹਿਨਣੇ, 16 ਸ਼ਿੰਗਾਰ ਕਰਨੇ, ਇਹ ਜਿੱਥੇ ਉਹਨੂੰ ਚੰਗੇ ਲੱਗਦੇ ਸੀ। ਕਦੋਂ? ਜਦੋਂ ਮਾਲਕ ਦੇ ਨਾਲ ਸੀ। ਅਤੇ ਜਦੋਂ ਮਾਲਕ ਨੂੰ ਭੁਲਾ ਦਿੱਤਾ, ਮਾਲਕ ਨੂੰ ਛੱਡ ਦਿੱਤਾ, ਮਾਲਕ ਤੋਂ ਵਿਛੜ ਗਈ, ਫਿਰ ਉਹਨੂੰ ਸ਼ਿੰਗਾਰ ਕਰਨੇ ਚੰਗੇ ਨਹੀਂ ਲੱਗਦੇ। ਇਸੇ ਤਰ੍ਹਾਂ ਹੀ ਮਾਲਕ ਨੂੰ ਯਾਦ ਕਰੀਏ ਅਤੇ ਸਾਰੀਆਂ ਸੰਸਾਰਕ ਸਹੂਲਤਾਂ ਚੰਗੀਆਂ ਲੱਗਦੀਆਂ, ਅਤੇ ਮਾਲਕ ਨੂੰ ਵਿਛੜ ਕੇ ਇਹੀ ਸਹੂਲਤਾਂ ਫਿਰ ਹੱਥੋਂ ਨਿਕਲ ਜਾਂਦੀਆਂ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਮਾਇਆ ਦੇ ਭੋਗ ਹਨ, ਹੁਣ ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਪਏ ਆ ਮਿੱਠੇ ਖਾਣ ਵਾਲੇ, ਪਰ ਸਰੀਰ ਨੂੰ ਸ਼ੂਗਰ ਹੋ ਗਿਆ, ਹੁਣ ਖਾਧਾ ਨਹੀਂ ਜਾਂਦਾ। ਕਹੋ ਸਤਿਨਾਮ ਸ੍ਰੀ। ਅਤੇ ਸਰੀਰ ਨੂੰ ਸ਼ੂਗਰ ਹੋਇਆ ਕਿਉਂ? ਪਾਤਸ਼ਾਹ ਕਹਿੰਦੇ ਇਹ ਬਿਮਾਰੀਆਂ ਹੋਈਆਂ ਕਿਉਂ? ਪਰਮੇਸ਼ਰ ਤੇ ਭੁੱਲੇ ਆ, ਵਿਆਪਨ ਸਭੇ ਰੋਗ। ਇਹ ਸਾਇੰਟੀਫਿਕ ਗੱਲਾਂ ਹੈ, ਗੁਰੂ ਸਾਹਿਬ ਨੇ ਐਵੇਂ ਨਹੀਂ ਕਹੀਆਂ ਕਿ ਕੋਈ ਵੀ ਸਿਰ ਦੁਖਦਾ ਹੈ ਐਂ ਦੁਖਣ ਲੱਗ ਪਿਆ, ਸ਼ੂਗਰ ਹੋ ਗਿਆ ਉਵੇਂ ਹੋ ਗਿਆ, ਨਹੀਂ। ਇਹਦੇ ਪਿੱਛੇ 5 ਤੱਤ ਜਿਹੜੇ 5 ਔਗਣ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੀ ਜਦੋਂ ਬਹੁਤਾਤ ਹੁੰਦੀ ਹੈ ਸਰੀਰ ਵਿੱਚ, ਫਿਰ ਇਹਨਾਂ ਤੋਂ ਅੱਗੇ ਫਟਾਰਾ ਹੁੰਦਾ ਹੈ ਬਿਮਾਰੀਆਂ ਦਾ। ਜਿਵੇਂ ਇੱਕ ਟਾਹਣੀ ਤੋਂ, ਇੱਕ ਬੀਜ ਤੋਂ ਟਾਹਣੀ ਨਿਕਲੀ, ਟਾਹਣੀ ਤੋਂ ਫਿਰ 2 ਮੁੱਢ ਨਿਕਲੇ, 2 ਮੁੱਢਾਂ ਤੋਂ ਅੱਗੇ ਟਾਹਣੀਆਂ ਲੱਗੀਆਂ ਅਤੇ ਪੱਤੇ ਨਿਕਲੇ। ਇਸੇ ਤਰ੍ਹਾਂ ਇਹ 5 ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਇਹਨਾਂ 5 ਦਾ ਫਟਾਰਾ ਹੁੰਦਾ, ਫਿਰ ਬੇਅੰਤ ਬਿਮਾਰੀਆਂ ਸਰੀਰ 'ਚ ਨਿਕਲਦੀਆਂ, ਅਤੇ ਨਾਮ ਜਪਣ ਦੇ ਨਾਲ ਇਹ 5 ਰੋਗ ਦਬੇ ਰਹਿੰਦੇ ਆ। ਕਹੋ ਸਤਿਨਾਮ ਸਿੰਘ। ਨਾਮ ਜਪਣ ਦੇ ਨਾਲ ਇਹ 5 ਦਾ ਫਟਾਰਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਜੇ ਪਰਮੇਸ਼ਰ ਦਾ ਨਾਮ ਜਪੀਏ ਤਾਂ ਫਿਰ ਇਹਨਾਂ ਦਾ ਫੌ ਨਹੀਂ ਪੈਂਦਾ ਅਤੇ ਸਰੀਰ 'ਚ ਕੋਈ ਬਿਮਾਰੀ ਨਹੀਂ ਪੈਦਾ ਹੁੰਦੀ। ਹੁਣ ਘਰੇ ਖਾਣ ਪੀਣ ਦਾ ਸਮਾਨ ਤਾਂ ਬਹੁਤ ਹੈ, ਪਰ ਸਰੀਰ ਉਹਨਾਂ ਚੀਜ਼ਾਂ ਨੂੰ ਅੰਦਰ ਹਜਮ ਹੀ ਨਹੀਂ ਕਰਦਾ, ਅਤੇ ਫਿਰ ਉਹ ਸਾਰੀਆਂ ਸਹੂਲਤਾਂ ਹੋ ਗਈਆਂ ਨਾ ਦੁਖਦਾਈ। ਕਹੋ ਸਤਿਨਾਮ ਸਿੰਘ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ਼। ਕਿਸੇ ਦਾ ਪੇਟ ਦਰਦ ਕਰਦਾ ਹੈ, ਆਪਾਂ ਦਵਾਈ ਦਵਾ ਸਕਦੇ ਹਾਂ, ਇਲਾਜ ਕਰਵਾ ਸਕਦੇ ਹਾਂ, ਡਾਕਟਰ ਨੂੰ ਪੈਸੇ ਦੇ ਸਕਦੇ ਹਾਂ, ਪਰ ਜੇ ਉਹ ਦਵਾਈਆਂ ਨਾਲ ਵੀ ਬਿਮਾਰੀ ਠੀਕ ਨਾ ਹੋਵੇ ਤਾਂ ਫਿਰ ਉੱਪਰ ਹੱਥ ਪਾ ਕੇ ਤਾਂ ਬਿਮਾਰੀ ਕੱਢ ਨਹੀਂ ਸਕਦੇ ਨਾ। ਇਹਦਾ ਮਤਲਬ ਉਹਨੂੰ ਭੋਗਣੀ ਪੈਣੀ ਆ, ਉਹਨੇ ਕਰਮ ਹੀ ਐਸਾ ਕੀਤਾ, ਕੋਈ ਇਹ ਕਰਮ ਰੋਗ ਬਣ ਗਿਆ। 4 ਤਰ੍ਹਾਂ ਦੇ ਦੁੱਖ ਹੈ ਵੱਡੇ, ਜਿਨ੍ਹਾਂ ਨੂੰ ਖਤਮ ਕੀਤਾ ਜਾ ਸਕਦਾ ਗੁਰੂ ਦੀ ਕਿਰਪਾ ਨਾਲ। ਕੀ ਕਹਿੰਦੇ ਆ ਪਾਤਸ਼ਾਹ? ਇੱਕ ਦੁੱਖ ਵਿਛੋੜਾ, ਵਿਛੋੜਾ ਕਿਸੇ ਦਵਾਈ ਨਾਲ ਨਹੀਂ ਖਤਮ ਹੁੰਦਾ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਭੁੱਖ ਕਿਸੇ ਦਵਾਈ ਨਾਲ ਖਤਮ ਨਹੀਂ ਹੁੰਦੀ, ਰੋਟੀ ਖਾ ਕੇ ਹੀ ਖਤਮ ਹੋਣੀ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਜਮਾਂ ਤੋਂ ਕਿਸੇ ਦਵਾਈ ਨਾਲ ਬਚਿਆ ਨਹੀਂ ਜਾ ਸਕਦਾ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਇੱਕ ਦੁੱਖ ਹੈ ਐਸੀ ਬਿਮਾਰੀ ਲੱਗ ਜਾਣੀ ਕਿ ਸਰੀਰ ਨੇ ਹੀ ਚਲੇ ਜਾਣਾ, ਰੁਕਣਾ ਹੀ ਨਾ। ਵੈਦ ਨਾ ਭੋਲੇ ਦਾਰੂ ਲਾਏ, ਕਿਸੇ ਵੈਦ ਕੋਲੇ ਉਹਦਾ ਇਲਾਜ ਹੀ ਨਾ ਹੋਣਾ। ਅਤੇ ਵਿਛੋੜਾ ਤਾਂ ਖਤਮ ਹੁੰਦਾ ਜੇ ਮਿਲਾਪ ਹੋਵੇ। ਗੁਰੂ ਅਰਜਨ ਦੇਵ ਜੀ ਨੂੰ ਵਿਛੋੜਾ ਪਿਆ ਗੁਰੂ ਰਾਮਦਾਸ ਤੋਂ ਥੋੜ੍ਹੇ ਸਮੇਂ ਦੇ ਲਈ, ਅਤੇ ਉਹਨਾਂ ਨੇ ਕੈਸੀਆਂ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਉਹ ਵਿਛੋੜਾ ਉਦੋਂ ਖਤਮ ਹੋ ਗਿਆ ਜਦੋਂ ਰਾਮਦਾਸ ਜੀ ਕੋਲ ਆ ਗਏ। ਭੁੱਖ ਕੇਵਲ ਰੋਟੀ ਦੀ ਨਹੀਂ, ਆਸ਼ਾ ਤ੍ਰਿਸ਼ਨਾ ਦੀ, ਇੱਧਰੋਂ ਵੀ ਆ ਜੇ ਇੱਧਰੋਂ ਵੀ ਆ ਜੇ। ਜਿਹੜੀ ਆ ਮੰਤਰੀਆਂ ਨੂੰ ਭੁੱਖ ਲੱਗੀ ਹੋਈ ਆ, ਕੋਠਿਆਂ ਦੇ ਕੋਠੇ ਭਰੀ ਬੈਠੇ ਆ ਨੋਟਾਂ ਦੇ ਨਾਲ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਭੁੱਖ ਦਾ ਖਾਤਮਾ ਹੁੰਦਾ ਹੈ ਸਬਰ ਸੰਤੋਖ ਦੇ ਨਾਲ।
ਸਬਰ ਸੰਤੋਖ ਆਉਂਦਾ ਨਾਮ ਜਪਿਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਜਦੋਂ ਮਨੁੱਖ ਨੂੰ ਸੱਚ ਦਾ ਪਤਾ ਲੱਗਦਾ ਫਿਰ ਉਹ ਰੁਕਦਾ, ਨਹੀਂ ਤਾਂ ਫਿਰ ਦੂਜਿਆਂ ਦੀਆਂ ਥਾਲੀਆਂ ਦੀ ਕੌਲੀ ਕੌਲੀ ਚੱਕ ਕੇ ਵੀ ਆਪਦੀਆਂ ਪੰਜ ਬਣਾ ਲੈਂਦਾ। ਕਹੋ ਸਤਨਾਮ ਸੀ। ਆ ਦੇਖਦੇ ਆ ਨਾ, ਮੰਤਰੀਆਂ ਦੇ ਕੋਠੇ ਭਰੇ ਪਏ ਆ ਤੇ ਭਾਰਤ ਦੀ ਜਨਤਾ ਦੁਖੀ ਹੋਈ ਜਾਂਦੀ ਹੈ, ਗਰੀਬੀ ਦੇ ਵਿੱਚ ਮਰੀ ਜਾਂਦੀ ਹੈ, ਤੇ ਉਹਨਾਂ ਨੇ ਮਾਇਆ ਨੂੰ ਕੋਠਿਆਂ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ। ਤੇ ਚੱਲਦੀ ਫਿਰਦੀ ਚੰਗੀ ਲੱਗਦੀ ਹੈ, ਸਾਰਿਆਂ ਦੇ ਕੰਮ ਸਰਦੇ ਆ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਜਾ ਦੁੱਖ ਹੈ ਜਮਦੂਤਾਂ ਦਾ। ਤੇ ਜਮਦੂਤਾਂ ਤੋਂ ਵੀ ਨਾਮ ਜਪ ਕੇ ਬਚਿਆ ਜਾ ਸਕਦਾ, ਉਹਦਾ ਵੀ ਕੋਈ ਇਲਾਜ ਨਹੀਂ ਹੈ, ਕੋਈ ਦਵਾਈ ਨਹੀਂ ਹੈ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਇੱਕ ਦੁੱਖ ਹੁੰਦਾ ਹੈ ਸਰੀਰ ਨੂੰ ਐਸੀ ਬਿਮਾਰੀ ਲੱਗ ਜਾਣੀ ਜਿਹਦੀ ਕੋਈ ਦਵਾਈ ਨਾ ਹੋਣੀ। ਤੇ ਉਹ ਦੁੱਖ ਜਿਹੜਾ ਹੈ, ਜਿਵੇਂ ਸੱਤੇ ਬਲਵੰਡੇ ਨੂੰ ਲੱਗਿਆ, ਗੁਰੂ ਸਾਹਿਬ ਨਾਲ ਗੁੱਸਾ ਕਰਕੇ ਲੱਗਿਆ, ਨਿੰਦਿਆ ਕਰਕੇ ਲੱਗਿਆ, ਤੇ ਉਹ ਦੁੱਖ ਵੀ ਉਦੋਂ ਹਟਿਆ ਜਦੋਂ ਉਹਨੇ ਗੁਰੂਆਂ ਦੀ ਬੈਠ ਕੇ ਸਿਫਤ ਕੀਤੀ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੇ ਨਾ ਵੀਰ, ਕੋਈ ਵੀ ਦਵਾਈ ਇਹਨਾਂ ਚਾਰਾਂ ਨੂੰ ਨਹੀਂ ਲੱਗਦੀ। ਪ੍ਰੀਤਮ ਜੀ ਕਹਿ ਰਹੇ ਸੀ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ। ਇਹਨਾਂ ਚਾਰਾਂ ਦੇ ਦੁੱਖਾਂ ਦੇ ਵਿਚਾਲੇ ਆਪਣਾ ਜਮਾ ਮਾਂ ਨੂੰ ਬਹੁਤ ਪਿਆਰਾ ਪੁੱਤਰ ਹੈ, ਪਰ ਪੁੱਤਰ ਤੜਫ ਰਿਹਾ ਹੈ ਬਿਮਾਰੀ ਕਾਰਨ। ਮਾਂ ਕੋਲੇ ਇੰਨੀ ਤਾਕਤ ਨਹੀਂ ਹੈ ਕਿ ਹੱਥ ਪਾ ਕੇ ਉਹ ਬਿਮਾਰੀ ਨੂੰ ਪਰੇ ਕਰ ਸਕੇ। ਕਹੋ ਸਤਨਾਮ ਸ੍ਰੀ। ਜੀ ਤਾਂ ਬਹੁਤ ਕਰਦਾ ਮਾਂ ਪਿਓ ਦਾ, ਜਾਂ ਰਿਸ਼ਤੇਦਾਰ ਦਾ, ਜਾਂ ਆਪਣੇ ਮਿੱਤਰ ਪਿਆਰੇ ਦਾ ਵੀ ਇਹ ਮੈਂ ਠੀਕ ਕਰ ਦੇਵਾਂ, ਇਸ ਨੂੰ ਪੈਸਾ ਸਾਰਾ ਲਾ ਦੂੰਗਾ। ਡਾਕਟਰਾਂ ਨੂੰ ਇਹੀ ਕਹਿ ਸਕਦੇ ਹਾਂ ਬਈ ਜਿੰਨਾ ਮਰਜ਼ੀ ਪੈਸਾ ਲੱਗ ਜੇ, ਪਰ ਜੇ ਉੱਥੇ ਦਵਾਈ ਨਹੀਂ ਲੱਗਦੀ ਫਿਰ ਵੈਦ ਦੇ ਵੀ ਹੱਥ ਖੜ੍ਹੇ ਆ। ਕਹੋ ਸਤਨਾਮ ਸ੍ਰੀ। ਡਾਕਟਰ ਦੇ ਵੀ ਹੱਥ ਖੜ੍ਹੇ ਆ। ਦਵਾਈ ਕਿਉਂ ਨਹੀਂ ਲੱਗਦੀ? ਉਹ ਕਰਮ ਰੋਗ ਹੁੰਦਾ ਹੈ, ਕੋਈ ਐਸਾ ਕਰਮ ਸਾਥੋਂ ਹੋ ਜਾਂਦਾ ਹੈ ਜਿਸ ਦਾ ਫਲ ਸਾਨੂੰ ਦੁੱਖ ਦੇ ਰੂਪ 'ਚ ਭੋਗਣਾ ਪੈਂਦਾ। ਬੇਅੰਤ ਇਹੋ ਜਿਹੀਆਂ ਕਹਾਣੀਆਂ ਹਨ। ਤੋ ਖੈਰ ਅੱਗੇ ਚੱਲੀਏ। ਵਿੱਚ ਨਾ ਕੋਈ ਕਰ ਸਕੇ, ਫਿਰ ਗੁਰੂ ਤੋਂ ਬੇਮੁਖ ਹੋਇਆਂ ਦੇ ਵਿਚਾਲੇ ਕੋਈ ਵੀ ਨਹੀਂ ਖੜ ਸਕਦਾ। ਜਿਹੜੇ ਗੁਰੂ ਤੋਂ ਬੇਮੁਖ ਹੈ ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ। ਵਿੱਚ ਨਾ ਕੋਈ ਕਰ ਸਕੇ, ਕਿਸ ਤੈ ਰੋਵਹਿ ਰੋਜ਼, ਕੀਤਾ ਕਿਛੂ ਨਾ ਹੋਵੀ ਲਿਖਿਆ ਧੁਰ ਸੰਜੋਗ। ਅਸਲ ਵਿੱਚ ਧੁਰੋਂ ਹੀ ਲਿਖਿਆ ਹੋਇਆ ਸੀਗਾ। ਕੀਤਾ ਕਿਛੂ ਨਾ ਹੋਵੀ, ਅਸੀਂ ਕੀਤੇ ਹੋਏ ਹਾਂ, ਅਸੀਂ ਕੁਛ ਨਹੀਂ ਕਰ ਸਕਦੇ। ਅਸੀਂ ਪਰਮੇਸ਼ਰ ਦੇ ਕੀਤੇ ਹੋਏ ਹਾਂ, ਅਤੇ ਜਿਹੜਾ ਸਾਡਾ ਕੀਤਾ ਹੋਇਆ ਕਰਮ ਹੈ ਉਹਦਾ ਫਲ ਸਾਨੂੰ ਭੋਗਣਾ ਪੈਂਦਾ। ਲਿਖਿਆ ਧੁਰ ਸੰਜੋਗ, ਧੁਰੋਂ ਹੀ ਲਿਖਿਆ ਹੋਇਆ ਸਾਡੇ ਸੰਜੋਗ, ਜੋਗ ਸਾਡੇ ਕਰਮਾਂ ਦੇ ਵਿੱਚ, ਭਾਗਾਂ ਦੇ ਵਿੱਚ ਜੋ ਮਿਲਣਾ ਹੈ। ਕਿਤੇ ਵੱਡੇ ਭਾਗ ਹੋਣ ਤੇ ਬਾਬਾ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਵੱਡੇ ਭਾਗਾਂ ਦੇ ਨਾਲ ਕਿਤੇ ਗੁਰੂ ਮਿਲ ਜਾਵੇ, ਸਾਧੂਆਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਹੋ ਜਾਵੇ, ਤੇ ਸਾਰੇ ਵਿਛੋੜੇ, ਸਾਰੇ ਦੁੱਖ ਦੂਰ ਹੋ ਸਕਦੇ ਆ। ਆਓ ਅਰਦਾਸ ਕਰੀਏ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਇਹ ਬੰਦੀਆਂ ਕੱਟਣ ਵਾਲੇ ਆ, ਜਿਵੇਂ ਗਵਾਲੀਅਰ ਦੇ ਕਿਲੇ ਦੇ ਕੈਦੀਆਂ ਦੀਆਂ ਬੰਦੀਆਂ ਹਰਗੋਬਿੰਦ ਸਾਹਿਬ ਨੇ ਕੱਟੀਆਂ। ਉਹਨਾਂ ਨੂੰ ਕਿਲੇ 'ਚੋਂ ਕੱਢ ਕੇ ਲਿਆਂਦਾ, ਨਹੀਂ ਤਾਂ ਉਹਨਾਂ ਨੇ ਕਿਲੇ ਦੇ ਵਿੱਚ ਹੀ ਮਰਨਾ ਸੀਗਾ। ਉਹ ਤਾਂ ਪਤਾ ਨਹੀਂ ਕਿਸ ਕਾਰਨ ਵੱਡੇ ਭਾਗਾਂ ਨਾਲ ਹਰਗੋਬਿੰਦ ਸਾਹਿਬ ਦਾ ਉੱਥੇ ਜਾਣਾ ਹੋਇਆ। ਭਾਵੇਂ ਚੰਦੂ ਨੇ ਚਲਾਕੀ ਨਾਲ ਹੀ ਭੇਜਿਆ, ਪਰ ਅਸਲ ਵਿੱਚ ਉਹਨਾਂ ਕੈਦੀਆਂ ਦੀ ਛੁਟਕਾਰਾ ਹੋਣਾ ਸੀ, ਉਹਨਾਂ ਨੇ ਬਚਣਾ ਸੀਗਾ, ਅਤੇ ਗੁਰੂ ਸਾਹਿਬ ਦਾ ਉੱਥੇ ਜਾਣਾ ਹੋਇਆ ਅਤੇ ਉਹਨਾਂ ਨੂੰ ਕੱਢ ਕੇ ਲਿਆਏ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਕਤਮ ਸਾਡਾ ਜੀਵਨ, ਜੇ ਸਾਡਾ ਜੀਵਨ ਗੁਰਮਤਿ ਮੁਤਾਬਕ ਹੋਵੇ ਤਾਂ ਸਾਡੀਆਂ ਸਾਰੀਆਂ ਚਿੰਤਾਵਾਂ ਦੁੱਖਾਂ ਦਾ ਖਾਤਮਾ ਹੋ ਸਕਦਾ। ਅਤੇ ਅੱਜ ਬਾਬਾ ਦੀਪ ਸਿੰਘ ਜੀ ਮਹਾਨ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਪਰਸੋਂ ਰੋਜ਼ ਤੋਂ ਲੈ ਕਰਕੇ ਸਹਿਜ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸੀ, ਅੰਮ੍ਰਿਤ ਵੇਲੇ ਭੋਗ ਪਾਏ ਗਏ।
ਬਾਬਾ ਦੀਪ ਸਿੰਘ ਜੀ ਦੀ ਉਹ ਕਹਾਣੀ ਤਾਂ ਸਾਰੇ ਜਾਣਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ। ਪਰ ਉਹਨਾਂ ਦੇ ਜਨਮ ਦੀ ਘਟਨਾ ਵੀ ਅਨੋਖੀ ਹੈ, ਮੈਂ ਆਪ ਜੀ ਨਾਲ ਇੱਕ ਸਾਂਝੀ ਕਰਦਾ ਹਾਂ। ਇਹਨਾਂ ਦੇ ਮਾਤਾ ਪਿਤਾ, ਮਾਤਾ ਦਾ ਨਾਮ ਹੈ ਮਾਤਾ ਜਿਉਣੀ, ਪਿਤਾ ਦਾ ਨਾਮ ਹੈ ਭਾਈ ਭਗਤਾ। ਦੋ ਭਗਤ ਹੋਏ ਸਾਡੇ